वार 13वीं पौड़ी 25वीं। पार ब्रह्म पूरन ब्रह्म गुर नानक देओ गुर अंगद गुर अंगते सच शब्द समेओ। वाहिगुरु जी का खालसा वाहिगुरु जी की फतेह। पार ब्रह्म पूरन ब्रह्म गुर नानक देओ। ਹੁਣ ਦੇਖੋ ਭਾਈ ਗੁਰਦਾਸ ਜੀ ਅਖੀਰਲੀ ਪੌੜੀ ਦੇ ਵਿੱਚ ਇਹ ਵਾਰ 13ਵੀਂ ਦੇ ਵਿੱਚ ਦੱਸਦੇ ਨੇ ਕਿ ਗੁਰੂ ਨਾਨਕ ਕੌਣ ਹੈ। ਗੁਰੂ ਦੇ ਜਿਹੜਾ ਹਨ ਉਹਨਾਂ ਦੀ ਏਕਤਾ ਪਰਮਾਤਮਾ ਨਾਲ ਦੱਸਦੇ ਨੇ। ਭਾਈ ਗੁਰਦਾਸ ਜੀ ਨੇ ਇੱਥੇ ਦੱਸਿਆ, ਦੇਖੋ ਗੁਰੂ ਸਾਹਿਬਾਨ ਜਿਹੜੇ ਨੇ ਉਹਨਾਂ ਦਾ ਤੇ ਪਰਮਾਤਮਾ ਦਾ ਕੋਈ ਫਰਕ ਨਹੀਂ। ਜਿੱਥੇ ਪਾਰ ਬ੍ਰਹਮ ਨੇ ਉੱਥੇ ਗੁਰੂ ਨਾਨਕ ਨੇ, ਉਹਨਾਂ ਦਾ ਕੋਈ ਫਰਕ ਨਹੀਂ ਆਪਸ ਵਿੱਚ। ਇਸ ਕਰਕੇ ਭਾਈ ਗੁਰਦਾਸ ਜੀ ਕਹਿੰਦੇ ਹਨ ਪਾਰ ਬ੍ਰਹਮ ਪੂਰਨ ਬ੍ਰਹਮ। ਦੇਖੋ ਜੋ ਪਾਰ ਬ੍ਰਹਮ ਹੈ, ਜੋ ਪਾਰ ਜਿਹੜਾ ਹੈ ਪਾਰ ਹੈ ਬ੍ਰਹਮ, ਇਹ ਰਚਨਾ ਦੁਨੀਆ ਦੀ ਰਚਨਾ ਤੋਂ ਜਿਹੜਾ ਪਰੇ ਹੈ। ਇਹਦਾ ਫਸਟ ਮੀਨਿੰਗ ਬਣ ਗਿਆ ਪਾਰ ਬ੍ਰਹਮ। ਦੂਜਾ ਜਿਹੜਾ ਬਰਮਾ ਦੀ ਬਣਾਈ ਹੋਈ ਕ੍ਰਿਸ਼ਨ ਤੋਂ ਪਰੇ ਹੈ ਉਹ ਪਰਮਾਤਮਾ, ਉਹ ਪਾਰ ਬ੍ਰਹਮ। ਸੋ ਪਾਰ ਬ੍ਰਹਮ ਜਿਹੜਾ ਕਿ ਆਪਣੀ ਸੋਚਣੀ ਤੋਂ ਪਰੇ ਹੈ, ਆਪਣੀ ਪਹੁੰਚ ਤੋਂ ਪਰੇ ਹੈ, ਜੋ ਆਪਣੀ ਪਕੜ ਤੋਂ ਪਰੇ ਹੈ, ਉਹ ਪਾਰ ਬ੍ਰਹਮ ਹੈ। ਫਿਰ ਇੱਥੇ ਦੂਜਾ ਅੱਖਰ ਆਇਆ ਪੂਰਨ, ਜੋ ਸਾਰਿਆਂ ਵਿੱਚ ਆਤਮਾ ਕਰਕੇ ਪੂਰਨ ਹੈ, ਜੋ ਲਾਈਫ ਫਾਰਮ ਹੈ ਸਾਰੀ ਦੁਨੀਆ ਦਾ। ਸੋ ਉਹ ਪੂਰਨ ਜਿਹੜਾ ਹਰ ਇੱਕ ਥਾਂ ਤੇ ਕੰਪਲੀਟ ਹੈ, ਕਿਤੇ ਵੀ ਉਹ ਊਣਾ ਨਹੀਂ, ਕਿਤੇ ਵੀ ਉਹ ਘੱਟ ਨਹੀਂ, ਸਾਰੇ ਪਾਸੇ ਉਹ ਪੂਰਾ ਹੈ। ਜਿੱਥੇ ਵੀ ਪਰਮਾਤਮਾ ਹੈ ਉਹ ਪੂਰਾ ਹੈ। ਹੀ ਇਜ਼ ਇਨ ਕੰਪਲੀਟ ਫਾਰਮ, ਆਲਦੋ ਹੀ ਇਜ਼ ਵਿਦਿਨ ਅਸ ਬਟ ਹੀ ਇਜ਼ ਇਨ ਹਿਸ ਕੰਪਲੀਟ ਫਾਰਮ। And that complete form has completed the entire world, entire galaxies, universe, ਇਹ ਸਾਰੇ ਉਹਨੇ ਕੰਪਲੀਟ ਕੀਤੇ ਆ, ਜਿਹੜਾ ਇੱਕ ਜੋਤ ਆਤਮਾ ਕਰਕੇ ਤੁਹਾਡੇ ਅੰਦਰ ਹੈ, ਹਰ ਇੱਕ ਦੇ ਅੰਦਰ ਹੈ। ਸੋ ਇਸ ਕਰਕੇ ਉਹ ਪੂਰਨ ਹੈ। ਤੀਜੀ ਗੱਲ ਉਹ ਬ੍ਰਹਮ ਹੈ। ਕਹਿਣਗੇ ਉਹ ਬ੍ਰਹਮ ਇਸ ਕਰਕੇ ਹੈ ਕਿਉਂਕਿ ਉਹ ਜਿਹੜਾ ਹੈ ਪਾਰ ਬ੍ਰਹਮ ਜਿਹੜਾ ਹੈ ਉਹ ਬ੍ਰਹਮ ਇਸ ਕਰਕੇ ਨੇ ਕਿਉਂਕਿ ਉਹ ਪਾਰ ਬ੍ਰਹਮ ਹੁੰਦਿਆਂ ਹੋਇਆਂ ਵੀ ਜਦੋਂ ਉਹਨੇ ਦੁਨੀਆ ਬਣਾਈ, ਉਹਨੇ ਦੁਨੀਆ ਬਣਾ ਕੇ ਆਪਣੇ ਆਪ ਨੂੰ ਇੱਕ ਸਰੂਪ ਦਿੱਤਾ। He also came in this human form to this world. That's why he's Brahma. He ਜਿਹੜਾ ਹਨ he has ਜਿਹੜਾ ਹਨ although being ultimate, but he brought himself to a form for what? ਦੁਨੀਆ ਦੇ ਭਲੇ ਵਾਸਤੇ, ਦੁਨੀਆ ਨੂੰ ਤਾਰਨ ਵਾਸਤੇ। Like you can just see if the prime minister come and teach you the policies that they are making. Personally he comes to you, he wants to teach you that this is our policies. Now who can tell you better? ਉਹੀ ਹੈ ਨਾ ਜਿਹਨੇ ਪਾਲਿਸੀਜ਼ ਬਣਾਈਆਂ ਹੈ, ਉਹ ਤੁਹਾਨੂੰ ਦੱਸੇ ਆ ਕਿ ਵੀ ਇਹ ਪਾਲਿਸੀ ਹੈ। ਇਸੇ ਤਰ੍ਹਾਂ ਹੀ ਉਹ ਰੱਬ ਪਰਮਾਤਮਾ ਆਪ ਆਇਆ ਜਿਹਨੇ ਸਾਰੀ ਦੁਨੀਆ ਬਣਾਈ, ਉਹ ਤੁਹਾਨੂੰ ਆ ਕੇ ਤੁਹਾਡਾ ਗੁਰੂ ਬਣਿਆ ਤੇ ਤੁਹਾਨੂੰ ਦੱਸਣ ਵਾਸਤੇ ਆਇਆ, ਤੁਹਾਨੂੰ ਸਿਖਾਉਣ ਵਾਸਤੇ ਆਇਆ। ਇਸ ਵਾਸਤੇ ਆਪਾਂ ਨੂੰ ਗੁਰੂ ਕਹਿੰਦੇ ਆ। See, one is I can just tell you, ਮੈਂ ਤੁਹਾਨੂੰ ਦੱਸਿਆ ਤੁਸੀਂ ਇਹ ਕਰਨਾ, B ਕਰਨਾ, C ਕਰਨਾ, but I didn't teach you how to do A, how to do B, how to do C. I didn't teach you, I'm just telling you. ਉਹਦੇ ਵਿੱਚ ਬਹੁਤ ਫਰਕ ਹੈ। ਪਰ ਗੁਰੂ ਨਾਨਕ ਗੁਰੂ ਬਣ ਕੇ ਆਇਆ। ਗੁਰੂ ਨਾਨਕ ਆਪਣੇ ਨਾਲ ਰਹਿ ਕੇ ਆਪ ਨੂੰ ਸਿਖਾ ਕੇ ਗਿਆ ਹੈ, ਹੱਥ ਫੜ ਕੇ ਵੀ ਭਾਈ ਤੂੰ ਇਹ ਕੰਮ ਕਰਨਾ ਹੈ, ਤੂੰ ਇਸ ਤਰ੍ਹਾਂ ਕਰਨਾ ਹੈ। ਗੁਰੂ ਨਾਨਕ ਨੇ ਆਪ ਸਿਖਾਇਆ, ਇਸ ਕਰਕੇ ਉਹ ਬ੍ਰਹਮ ਹੈ। ਫਿਰ ਗੁਰੂ ਨਾਨਕ ਦੇਓ, ਉਹੀ ਗੁਰੂ ਨਾਨਕ ਕਹਿੰਦੇ, ਉਹਨੂੰ ਆਪਾਂ ਗੁਰੂ ਨਾਨਕ ਕਹਿੰਦੇ ਹਾਂ। ਕਹਿੰਦੇ ਗੁਰੂ ਨਾਨਕ ਦੇਓ ਉਹੀ ਮੇਰੇ ਪੂਜਨੀਕ ਹੈ, ਉਹੀ ਮੇਰਾ ਇਸ਼ਟ ਹੈ, ਜਿਹਦੀ ਮੈਂ ਪੂਜਾ ਕਰਦਾ ਹਾਂ, ਜਿਹਦੇ ਉੱਤੇ ਮੈਂ ਸਮਰਪਣ ਹੁੰਦਾ ਹੈ, ਮੈਂ ਸਰੈਂਡਰ ਹੁੰਦਾ ਹਾਂ। ਉਹ ਗੁਰੂ ਨਾਨਕ ਆਪ ਪਰਮੇਸ਼ਰ ਹੈ। ਗੁਰ ਅੰਗਦ ਗੁਰ ਅੰਗ ਤੇ ਫਿਰ ਦੇਖੋ ਗੁਰੂ ਨਾਨਕ ਨੇ ਆਪਣੇ ਅੰਗ ਤੋਂ ਜਿਹੜਾ ਹਨ ਭਾਈ ਲਹਿਣੇ ਨੂੰ ਗੁਰੂ ਅੰਗਤ ਜਿਹੜਾ ਹਨ ਪ੍ਰਗਟ ਕੀਤਾ। ਉਹਨਾਂ ਨੇ ਗੁਰੂ ਅੰਗਤ ਹੋ ਕੇ ਫਿਰ ਆਪਣੇ ਦੂਸਰੇ ਸਰੂਪ ਦੇ ਵਿੱਚ ਆ ਕੇ ਖਡੂਰ ਸਾਹਿਬ ਵਿੱਚ ਆ ਕੇ ਸਤਿਗੁਰਾਂ ਨੇ ਕਿੰਨਾ ਜਿਹੜਾ ਹੈ ਫਿਰ ਸਿੱਖਾਂ ਦੀ ਅਗਵਾਈ ਕੀਤੀ। ਦੇਖੋ ਮਹਾਰਾਜ ਗੁਰੂ ਨਾਨਕ ਨੇ ਆਪਣੇ ਆਪ ਨੂੰ ਬ੍ਰਹਮ ਵਿੱਚ ਇਸ ਕਰਕੇ ਲਿਆਂਦਾ। ਮਹਾਰਾਜ ਦੀ ਜਿਹੜੀ ਏਜ ਹੋਈ 69 to 70 years old, ਮਹਾਰਾਜ ਨੇ ਆਪਣੇ ਸਰੀਰ ਨੂੰ ਤਿਆਗਿਆ। ਮਹਾਰਾਜ ਨੇ ਆਪਣਾ ਦੂਜਾ ਸਰੂਪ ਧਾਰਨ ਕੀਤਾ, ਭਾਈ ਲਹਿਣੇ ਤੋਂ ਗੁਰੂ ਅੰਗਤ ਹੋ ਕੇ ਉਹਨਾਂ ਨੂੰ ਪ੍ਰਗਟ ਕਰਕੇ ਆਪ ਆਪਣੀ ਜੋਤ ਉਹਨਾਂ ਵਿੱਚ ਪ੍ਰਕਾਸ਼ ਕੀਤੀ ਤੇ ਆਪ ਗੁਰੂ ਨਾਨਕ ਆਪਣੇ ਦੂਜੇ ਰੂਪ ਵਿੱਚ ਆਏ। ਨਾਓ ਦਿਸ ਇਜ਼ ਵੈਰੀ ਪ੍ਰੈਕਟੀਕਲ। ਹੁਣ ਆਪਾਂ ਕਹਿੰਦੇ ਨਾ ਬੰਦਾ ਰੱਬ ਬਣ ਜਾਂਦਾ ਹੈ, ਕਰੈਕਟ।
ਆਪਾਂ ਕਹਿੰਦੇ ਨਾ ਹਿਊਮਨ ਲਾਈਕ ਇਨ ਸਿੱਖੀ ਔਰ ਇਨ ਹਿੰਦੂਇਜ਼ਮ ਇਹ ਗੱਲ ਮੰਨੀ ਜਾਂਦੀ ਹੈ ਕਿ ਇੱਕ ਬੰਦਾ ਰੱਬ ਬਣ ਸਕਦਾ ਹੈ। ਨਨ ਆਫ ਦ ਫੇਥ ਇਨ ਦ ਵਰਲਡ ਬਿਲੀਵਸ ਦਿਸ ਅਦਰ ਦੈਨ ਦਿਸ ਟੂ। ਹਿੰਦੂਇਜ਼ਮ ਨੇ ਜਿਹੜਾ ਹੈ ਇਹ ਗੱਲ ਨੂੰ ਮੰਨਿਆ ਵੀ ਬੰਦਾ ਰੱਬ ਬਣ ਸਕਦਾ ਹੈ। ਇਹੀ ਇੱਕ ਜਿਹੜਾ ਧਰਮ ਹੈ ਦੁਨੀਆ ਦਾ ਜਿਹੜੀ ਚੀਜ਼ ਨੂੰ ਮੰਨਦਾ। ਸਿੱਖ ਆਪਾਂ ਵੀ ਮੰਨਦੇ ਹਾਂ ਵੀ ਬੰਦਾ ਰੱਬ ਬਣ ਸਕਦਾ ਹੈ। ਹੁਣ ਕ੍ਰਿਸਚੀਅਨਸ ਇਹ ਗੱਲ ਨੂੰ ਨਹੀਂ ਮੰਨਣਗੇ, ਮੁਸਲਮਾਨ ਇਹ ਗੱਲ ਨੂੰ ਨਹੀਂ ਮੰਨਦੇ, ਬੋਧੀ ਵੀ ਇਹ ਗੱਲ ਨੂੰ ਨਹੀਂ ਮੰਨਦੇ, ਕੋਈ ਵੀ ਨਹੀਂ ਮੰਨਦਾ। ਸੋ ਜਿਹੜਾ ਹੈ ਹੁਣ ਆਪਾਂ ਸੁਣਿਆ ਹੈ ਬੰਦਾ ਰੱਬ ਬਣ ਸਕਦਾ ਹੈ। ਪ੍ਰੈਕਟੀਕਲੀ ਗੁਰੂ ਨਾਨਕ ਨੇ ਦਿਖਾਇਆ, ਭਾਈ ਲਹਿਣੇ ਨੂੰ ਆਪਣਾ ਸਰੂਪ ਬਣਾਇਆ। ਗੁਰੂ ਨਾਨਕ ਨੇ ਦੁਨੀਆ ਨੂੰ ਦਿਖਾਇਆ ਕਿ ਤੁਸੀਂ ਰੱਬ ਬਣ ਸਕਦੇ ਹੋ। ਜੇ ਭਾਈ ਲਹਿਣਾ ਗੁਰੂ ਅੰਗਦ ਬਣ ਸਕਦਾ ਹੈ ਤਾਂ ਕਹਿੰਦੇ ਬੰਦਾ ਜੇ ਗੁਰੂ ਦੀ ਸਿੱਖਿਆ ਤੇ ਚੱਲੇ, ਗੁਰੂ ਦੀ ਕਿਰਪਾ ਹੋਵੇ, ਉਹ ਰੱਬ ਬਣ ਸਕਦਾ ਹੈ। ਕਿਉਂ ਨਹੀਂ ਬਣ ਸਕਦਾ? ਬਣਾ ਕੇ ਦਿਖਾਇਆ ਗੁਰੂ ਨਾਨਕ ਨੇ। ਇਸ ਕਰਕੇ ਕਹਿੰਦੇ ਨਾ ਪਹਿਲਾ ਗੁਰੂ ਕੀ ਗੁਰੂ ਅੰਗਦ ਅੰਗ ਤੋਂ ਬਣਿਆ, ਗੁਰੂ ਦੇ ਅੰਗ ਤੋਂ ਉਹਨਾਂ ਨੂੰ ਪੈਦਾ ਕੀਤਾ। ਹੀ ਵਾਸ ਦ ਲਿੰਬ ਆਫ ਦ ਗੁਰੂ ਅੰਗਦ। ਸੋ ਉਹਨਾਂ ਨੇ ਆਪਣੇ ਅੰਗ ਤੋਂ ਬਣਾ ਕੇ ਹਾਂਜੀ ਸੱਚ ਸ਼ਬਦ ਸਮੇਓ। ਦੇਖੋ ਸੱਚੇ ਸ਼ਬਦ ਵਿੱਚ ਸਮਾਈ ਕੀਤੀ, ਸੱਚੇ ਸ਼ਬਦ ਵਿੱਚ ਸਮਾਏ। ਹੁਣ ਗੁਰੂ ਨਾਨਕ ਤੇ ਗੁਰੂ ਅੰਗਦ ਦਾ ਫਰਕ ਕਿਉਂ ਨਹੀਂ ਹੈਗਾ? ਕਿਉਂਕਿ ਸੱਚ ਸ਼ਬਦ ਸਮੇਓ, ਉਹ ਦੋਵੇਂ ਸੱਚੇ ਸ਼ਬਦ ਵਿੱਚ ਸਮਾ ਗਏ। ਨਾਓ ਇਟਸ ਦ ਸੇਮ ਸਿਚੁਏਸ਼ਨ। ਜੇ ਤੁਸੀਂ ਹੁਣ ਵਾਹਿਗੁਰੂ 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 ਕਰਦੇ, ਤੁਸੀਂ ਵਾਹਿਗੁਰੂ ਵਿੱਚ ਸਮਾ ਜਾਓ। ਦੈਟਸ ਦ ਸੇਮ ਸਿਚੁਏਸ਼ਨ, ਸੱਚ ਸ਼ਬਦ ਸਮੇਓ। ਉਹੀ ਅਵਸਥਾ ਹੈ ਮਹਾਰਾਜ ਨੇ ਕਰਕੇ ਦਿਖਾਈ ਹੈ। ਹੁਣ ਵਾਹਿਗੁਰੂ ਵਾਹਿਗੁਰੂ ਕਰਦੇ ਹਾਂ, ਆਪਾਂ ਵਾਹਿਗੁਰੂ ਵਿੱਚ ਲੀਨ ਹੋ ਸਕਦੇ ਹਾਂ। ਜਿਸ ਤਰ੍ਹਾਂ ਭਾਈ ਲਹਿਣਾ ਗੁਰੂ ਅੰਗਦ ਵਿੱਚ ਸਮਾ ਕੇ ਗੁਰੂ ਅੰਗਦ ਹੋ ਗਏ। ਅਮਰਾ ਪਦ ਗੁਰ ਅੰਗਦ ਹੋ। ਫਿਰ ਦੇਖੋ ਅੱਗੇ ਤੀਜਾ ਸਰੂਪ ਬਾਬਾ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਕੋਲ ਖਡੂਰ ਸਾਹਿਬ ਨੂੰ ਆਉਂਦੇ ਨੇ ਤੇ ਕਹਿੰਦੇ ਅਮਰਾ ਪਦ ਗੁਰੂ ਬਾਬਾ ਅਮਰਦਾਸ ਨੇ ਉਹ ਅਮਰ ਪਦ ਇਟਰਨਲ ਸਟੇਟ, ਇਟਰਨਲ ਜਿਹੜੀ ਸਟੇਜ ਹੈ ਉਹਨੂੰ ਪ੍ਰਾਪਤ ਕਰਕੇ ਤੇ ਉਹ ਜਿਹੜੇ ਹਨ ਕਹਿੰਦੇ ਅਮਰਾ ਪਦ, ਉਹਨਾਂ ਨੇ ਅਮਰ ਦਾ ਪਦ ਇਟਰਨਲ ਜਿਹੜਾ ਉਹ ਵੀ ਇਟਰਨਲ ਬਣ ਗਏ। ਉਹਨਾਂ ਦੇ ਵੀ ਜਿਹੜਾ ਅਮਰ ਹੋ ਗਏ ਉਹ ਵੀ ਜਿਹੜੇ ਹਨ ਕਿਉਂ ਹੋਏ? ਗੁਰੂ ਅੰਗਦ ਤੋਂ ਗੁਰੂ ਅਮਰਦਾਸ ਜੀ ਆ ਗਏ। ਅਤ ਅਲਖ ਅਭਿਓ। ਕਿਉਂਕਿ ਅਤੀ ਅਲਖ ਦੇਖੋ ਗੁਰੂ ਅਮਰਦਾਸ ਜੀ ਅਤ ਬਹੁਤ ਜ਼ਿਆਦਾ, ਜਿਹਦਾ ਕੋਈ ਮਿੰਤੀ ਨਹੀਂ, ਕੋਈ ਗਿਣਤੀ ਨਹੀਂ। ਅਲਖ ਉਹ ਲੱਖਣ ਤੋਂ ਪਰੇ ਹੋ ਗਏ। ਗੁਰੂ ਅਮਰਦਾਸ ਨੂੰ ਕੋਈ ਸਮਝ ਨਹੀਂ ਸਕਿਆ। ਉਹ ਅਲਖ ਰੂਪ ਪਰਮਾਤਮਾ ਨਾਲ ਇੱਕ ਹੋ ਗਏ ਤੇ ਕਿ ਅਭਿਓ ਉਹਦੇ ਵਿੱਚ ਤੇ ਗੁਰੂ ਨਾਨਕ ਵਿੱਚ ਕੋਈ ਫਰਕ ਨਹੀਂ ਰਿਹਾ। ਗੁਰੂ ਅਮਰਦਾਸ ਉਹੀ ਸਨ ਜੋ ਗੁਰੂ ਅੰਗਦ ਦੇਵ ਜੀ ਹਨ। ਗੁਰੂ ਅਮਰਦਾਸ ਉਹੀ ਹੋਏ ਜੋ ਗੁਰੂ ਨਾਨਕ ਹੈ। ਉਹਨਾਂ ਵਿੱਚ ਕੋਈ ਫਰਕ ਨਹੀਂ ਰਿਹਾ। ਦੇਖੋ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿੱਡੇ ਵੱਡੇ ਗੁਰੂ ਪ੍ਰਗਟ ਹੋਏ। ਉਹ ਅਲਖ ਨੇ, ਅਭੇਵ ਨੇ। ਕਿਉਂ? 22 ਸਾਲ ਉਹਨਾਂ ਦਾ ਇੱਕ ਬਚਨ ਹੋਇਆ, ਮੌਤ ਨਹੀਂ ਆਏਗੀ। ਗੋਬਿੰਦਵਾਲ ਸਾਹਿਬ 'ਚ ਮੌਤ ਨਹੀਂ ਆਈ ਨਹੀਂ ਸਕਦੀ ਮੌਤ। ਡੈਥ ਨੂੰ ਬੰਦ ਕਰਤਾ ਗੁਰੂ ਅਮਰਦਾਸ ਨੇ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਕੀ ਨਹੀਂ ਕੀਤਾ? ਉਹ ਲੋਕਾਂ ਨੂੰ ਭੂਤ ਸਤਾਉਂਦੇ ਸੀ। ਮਹਾਰਾਜ ਨੇ ਸਿੱਖ ਨੂੰ ਕਹਿ ਦਿੱਤਾ ਕਿ ਇਹਦੇ ਬਸ ਵਿੱਚ ਹੋਣਗੇ ਸਾਰੇ, ਚਲੋ ਛੱਡੋ, ਹੋ ਗਿਆ ਕੰਮ। ਦੇਖੋ ਮਹਾਰਾਜ ਨੇ ਫੇਰ ਬਿਮਾਰੀ ਆਈ, ਬਿਮਾਰੀ ਨੂੰ ਫੜ ਕੇ ਬੰਦ ਕਰਤਾ ਗੁਰੂ ਅਮਰਦਾਸ ਜੀ ਨੇ। ਦੇਖੋ ਗੁਰੂ ਅਮਰਦਾਸ ਕੀ ਨਹੀਂ ਕਰ ਸਕਦੇ। ਕਹਿੰਦੇ ਦੇਖੋ ਉਹਨਾਂ ਦਾ ਤੇ ਗੁਰੂ ਨਾਨਕ ਦਾ ਕੋਈ ਫਰਕ ਨਹੀਂ ਰਿਹਾ। ਉਹੀ ਰੂਪ ਬਣ ਗਏ, ਉਹੀ ਰੂਪ ਕਰਕੇ ਉਹ ਪ੍ਰਗਟ ਹੋਏ। ਤੇ ਪਰ ਗੁਰੂ ਅਮਰਦਾਸ ਮਹਾਰਾਜ ਜੀ ਬੜੇ ਦਇਆ ਵਾਲੇ ਸਨ, ਸਾਰਿਆਂ ਤੇ ਤਰਸ ਕਰਦੇ ਸਨ। ਕਿੰਨਾ ਉਹਨਾਂ ਵਿੱਚ ਦਇਆ ਹੋਇਆ ਕਰਦੀ ਸੀ। ਸੋ ਕਹਿੰਦੇ ਇਸ ਕਰਕੇ ਅਤ ਅਲਖ ਅਭਿਓ, ਉਹਨਾਂ ਦਾ ਭੇਦ ਵੀ ਕੋਈ ਜਾਣ ਨਾ ਸਕਿਆ। ਗੁਰ ਅਮਰੋ ਗੁਰ ਰਾਮ ਨਾਮ। ਦੇਖੋ ਫੇਰ ਗੁਰੂ ਅਮਰਦਾਸ ਮਹਾਰਾਜ ਜੀ ਦੇ ਕੋਲ ਗੋਬਿੰਦਵਾਲ ਸਾਹਿਬ ਕੌਣ ਆਇਆ? ਗੁਰੂ ਰਾਮਦਾਸ ਜੀ ਆਏ। ਕਹਿੰਦੇ ਗੁਰੂ ਰਾਮਦਾਸ ਚੌਥੇ ਪਾਤਸ਼ਾਹ ਆਏ, ਉਹਨਾਂ ਦਾ ਨਾਮ ਵੀ ਰਾਮ ਹੈ। ਉਹ ਆਪ ਪਰਮਾਤਮਾ ਦਾ ਨਾਮ ਹੀ ਲੈ ਕੇ ਆਏ। ਨਾਮ ਲੈ ਕੇ ਸੱਚਮੁੱਚ ਰਾਮ ਬਣ ਗਏ। ਸੱਚਮੁੱਚ ਜਿਹੜਾ ਹਨ ਰਾਮ ਬਣ ਕੇ ਗੁਰੂ ਨਾਨਕ ਦਾ ਚੌਥਾ ਸਰੂਪ ਹੋ ਕੇ ਪ੍ਰਗਟ ਹੋਏ। ਗੁਰੂ ਅਮਰੋ ਗੁਰੂ ਰਾਮਦਾਸ। ਫਿਰ ਨਾਮ ਗਤ ਅਛਲ ਅਛਿਓ। ਉਹਨਾਂ ਦੀ ਗਤੀ ਜਿਹੜੀ ਹਨ ਅਛਲ, ਉਹਨਾਂ ਨੂੰ ਕੋਈ ਛਲ ਨਹੀਂ ਸਕਦਾ। ਉਹ ਅਛਲ ਹੁੰਦਾ, ਦਾਗ ਨਹੀਂ ਲੱਗਦਾ। ਉਹਨਾਂ ਨੂੰ ਕੋਈ ਪਾਪ ਦਾ ਦਾਗ ਨਹੀਂ ਲੱਗਿਆ ਕਿਤੇ ਵੀ। ਤੇ ਉਹ ਕਿਸੇ ਤੋਂ ਧੋਖਾ ਨਹੀਂ ਖਾ ਸਕਦੇ, ਉਹ ਛਲੇ ਨਹੀਂ ਜਾ ਸਕਦੇ, ਉਹਨਾਂ ਨੂੰ ਕੋਈ ਧੋਖਾ ਨਹੀਂ ਕਰ ਸਕਦਾ। ਇਸ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਮਾਇਆ ਨੂੰ ਮੌਕਾ ਦਿੱਤਾ ਵੀ ਸੇਵਾ ਕਰ ਲਾ। ਗੁਰੂ ਰਾਮਦਾਸ ਵਾਸ ਦ ਫਰਸਟ ਗੁਰੂ ਟੂ ਅਲਾਉ ਮਾਇਆ ਟੂ ਕਮ ਇਨਟੂ ਦ ਹਾਊਸ ਆਫ ਗੁਰੂ ਨਾਨਕ। ਗੁਰੂ ਰਾਮਦਾਸ ਨੇ ਇਹ ਦਰਵਾਜ਼ੇ ਖੋਲੇ। ਇਸ ਕਰਕੇ ਕਹਿੰਦੇ ਨਾ ਗਤ ਅਛਲ ਅਛਿਓ, ਕਹਿਣਗੇ ਜਿਹੜਾ ਇਹ ਮਾਇਆ ਦੁਨੀਆ ਦੀ ਉਹਨਾਂ ਤੇ ਕੋਈ ਅਸਰ ਨਹੀਂ ਪਾ ਸਕੀ।
इस करके गुरु रामदास सच्चे पातशाह जी छोटी सुल्तान फिर वो आके ਜਿਹੜੇ ਗੁਰੂ ਬਣੇ ਤੇ ਉਹਨਾਂ ਵਿੱਚ ਵੀ ਗੁਰੂ ਨਾਨਕ ਵਿੱਚ ਕੋਈ ਫਰਕ ਨਾ ਰਿਹਾ। ਰਾਮਦਾਸ ਅਰਜਨ ਗੁਰੂ। ਫਿਰ ਦੇਖੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਉਹਨਾਂ ਦੇ ਛੋਟੇ ਸਾਹਿਬਜ਼ਾਦੇ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਦੇ ਘਰ ਵਿੱਚ ਹੀ ਉਹ ਜੋਤ ਨੇ ਫਿਰ ਜਿਹੜਾ ਪ੍ਰਕਾਸ਼ ਲਿਆ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਇਹ ਜੋਤ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਉਹਨਾਂ ਨੂੰ ਗੁਰੂ ਕਰਕੇ ਦੇਖਿਆ, ਸਿਰਫ ਪਿਤਾ ਕਰਕੇ ਨਹੀਂ ਦੇਖਿਆ, ਉਹਨਾਂ ਨੂੰ ਗੁਰੂ ਕਰਕੇ ਦੇਖਿਆ, ਉਹਨਾਂ ਨੂੰ ਪਰਮਾਤਮਾ ਕਰਕੇ ਦੇਖਿਆ, ਉਹਨਾਂ ਨੂੰ ਗੁਰੂ ਨਾਨਕ ਦਾ ਰੂਪ ਕਰਕੇ ਦੇਖਿਆ, ਜਿਸ ਕਰਕੇ ਰਾਮਦਾਸ ਅਰਜਨ ਗੁਰੂ ਕਹਿੰਦੇ ਕਿ ਗੁਰੂ ਰਾਮਦਾਸ ਫਿਰ ਗੁਰੂ ਅਰਜਨ ਦੇਵ ਜੀ ਹੋ ਕੇ ਉਹ ਪ੍ਰਗਟ ਹੋਏ। ਅਬ ਚੱਲ ਅਰਖਿਓ। ਦੇਖੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਅਬ ਚੱਲ ਨੇ, ਉਹ ਚੱਲਣ ਵਾਲੇ ਨਹੀਂ ਗੇ, ਉਹ ਮਸਤ ਨੇ, ਉਹ ਆਪਣੇ ਪਰਮਾ ਭਗਤੀ ਵਿੱਚ ਜੁੜੇ ਹੋਏ ਨੇ। ਕਹਿਣਗੇ ਭਾਵੇਂ ਉਹਨਾਂ ਨੂੰ ਤੱਤੀਆਂ ਤਵੀਆਂ ਤੇ ਵੀ ਬਿਠਾ ਲਿਆ, ਉਹ ਅਬ ਚੱਲ ਰਹੇ। ਉਹਨਾਂ ਨੂੰ ਕੋਈ ਹਿਲਾ ਨਹੀਂ ਸਕਿਆ, ਉਹਨਾਂ ਨੂੰ ਕੋਈ ਮਨਾ ਨਹੀਂ ਸਕਿਆ ਆਪਣੀ ਗੱਲ, ਉਹਨਾਂ ਤੋਂ ਕੋਈ ਉਹ ਕਾਰਜ ਬਾਈ ਫੋਰਸ ਕਰਾ ਨਹੀਂ ਸਕਿਆ, ਕਿਉਂਕਿ ਉਹ ਅਬ ਚੱਲ ਸਨ। ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਜਿਹੜਾ ਹਨ ਫਿਰ ਅਖੇਓ ਹਨ। ਅਖੇਓ ਕਿਉਂ ਨੇ? ਕਿਉਂਕਿ ਉਹਨਾਂ ਨੂੰ ਜਿਹੜਾ ਹਨ ਉਹ ਚਮਤਕਾਰ ਸਨ। ਦੇਖੋ ਸਾਰੀ ਗੁਰਬਾਣੀ ਜਿਹੜੀ ਹੈ ਉਹ ਪਰਮਾਤਮਾ ਦਾ ਸਰੂਪ ਨੂੰ ਉਹਨਾਂ ਨੇ ਕੰਪਾਈਲ ਕਰਕੇ ਆਦ ਗ੍ਰੰਥ ਦੀ ਰਚਨਾ ਕੀਤੀ, ਉਹਨਾਂ ਨੇ ਸਾਰੀ ਬਾਣੀ ਕੰਪਾਈਲਡ ਕੀਤੀ। ਦੇਖੋ ਉਹ ਸਰੂਪ ਆਪਾਂ ਨੂੰ ਦੇ ਦਿੱਤਾ ਗੁਰੂ ਅਰਜਨ ਦੇਵ ਜੀ। ਅੱਜ ਵੀ ਆਪਾਂ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ, ਕਿਉਂਕਿ ਗੁਰੂ ਅਰਜਨ ਦੇਵ ਜੀ ਨੇ ਉਹਨਾਂ ਨੂੰ ਇਕੱਠਾ ਕਰਕੇ ਆਪਾਂ ਦੇ ਵਿੱਚ ਰਹਿਣ ਵਾਸਤੇ ਹਮੇਸ਼ਾ ਵਾਸਤੇ ਆਪਣੀ ਜੋਤ ਨੂੰ ਪ੍ਰਗਟ ਕਰ ਦਿੱਤਾ। ਐਸਾ ਜਿਹੜਾ ਹੈ ਦੇਖੋ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਅਖੇਓ ਉਹ ਜਿਹੜੇ ਹਨ ਗੁਰੂ ਨਾਨਕ ਦੇ ਪੰਜਵੇਂ ਸਰੂਪ, ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਬਾਣੀ ਲਿਖੀ। ਇਹ ਦੋਹਿਤਾ ਬਾਣੀ ਕਾ ਬੋਹਿਤਾ, ਜਿਵੇਂ ਉਹਨਾਂ ਦੇ ਨਾਨਾ ਜੀ ਨੇ ਕਿਹਾ ਸੀ ਨਾ ਗੁਰੂ ਅਮਰਦਾਸ ਨੇ, ਸੱਚਮੁੱਚ ਉਹ ਜਹਾਜ਼ ਸੀਗੇ। ਗੁਰੂ ਅਰਜਨ ਦੇਵ ਜੀ ਉਹ ਜਹਾਜ਼ ਨੇ ਜਿਹੜੇ ਅੱਜ ਤੱਕ ਵੀ ਆਪਾਂ ਨੂੰ ਤਾਰ ਰਹੇ ਹਨ। ਸੋ ਉਹ ਜਿਹੜੇ ਹਨ ਅਬਚਲ ਤੇ ਅਖੇਓ ਹਨ। ਹਰ ਗੋਬਿੰਦ ਗੋਬਿੰਦ ਗੁਰ। ਹੁਣ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਘਰ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਪ੍ਰਗਟ ਹੁੰਦੇ ਨੇ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀ ਗੋਬਿੰਦ ਗੁਰੂ। ਕਹਿੰਦੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਕੌਣ ਹਨ? ਗੋਬਿੰਦ ਉਹ ਆਪ ਪਰਮਾਤਮਾ ਨੇ। ਆਪ ਪਰਮਾਤਮਾ ਗੁਰੂ ਹੋ ਕੇ ਆਏ, ਜਿਨ੍ਹਾਂ ਨੇ ਪਰਫੈਕਸ਼ਨ ਦਿੱਤੀ ਦੁਨੀਆ ਨੂੰ, ਹਰ ਪੱਖ ਤੋਂ ਸਿੱਖਾਂ ਨੂੰ ਜਿਹੜਾ ਮੁਕੰਮਲ ਕੀਤਾ, ਕੰਪਲੀਟ ਕੀਤਾ। ਕਾਰਨ ਕਰਨਿਓ। ਦੇਖੋ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਸਰੂਪ ਨੇ ਜੋ ਕਾਰਨ, ਜੋ ਕੌਸ ਜਿਹੜਾ ਆਫ ਆਲ ਕੌਸਸ ਉਹ ਆਪ ਨੇ, ਉਹ ਆਪ ਕਰਨ ਵਾਲੇ ਨੇ, ਉਹ ਆਪ ਸਬਬ ਬਣਾਉਣ ਵਾਲੇ ਨੇ, ਉਹ ਆਪ ਪੂਰਾ ਕਰਨ ਵਾਲੇ ਨੇ ਤੇ ਕਰਨਿਓ ਆਪੇ ਕਰਨ ਵਾਲੇ ਨੇ। ਐਸਾ ਸਰੂਪ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਿਹੜੇ ਕਰਦੇ ਵੀ ਹੈ, ਕਰਾਉਂਦੇ ਵੀ ਹੈ ਤੇ ਕਾਰਨ ਵੀ ਹਨ। ਸੋ ਸਾਰਾ ਕੰਪਲੀਟ ਗੁਰੂ ਹਰਗੋਬਿੰਦ ਸਾਹਿਬ ਜੀ ਨੇ, ਜਿਹਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਹਿਨੀਆਂ ਤੇ ਦੁਨੀਆ ਨੂੰ ਜਿਹੜਾ ਹੈ ਉਹਨਾਂ ਨੇ ਸ਼ਕਤੀ ਪ੍ਰਗਟ ਕਰਕੇ ਦਿਖਾਈ। ਗੁਰੂ ਹਰਗੋਬਿੰਦ ਸਾਹਿਬ ਕਹਿੰਦੇ ਗੋਬਿੰਦ ਗੁਰੂ, ਕਹਿੰਦੇ ਆਪ ਗੁਰ ਨੇ, ਉਹ ਆਪ ਪਰਮੇਸ਼ਰ ਨੇ, ਉਹ ਆਪ ਗੋਬਿੰਦ ਨੇ ਗੁਰੂ ਹਰਗੋਬਿੰਦ ਸਾਹਿਬ ਜੀ। ਤੇ ਉਹ ਤੇ ਗੁਰੂ ਨਾਨਕ ਦਾ ਵੀ ਕੋਈ ਫਰਕ ਨਹੀਂ। ਦੇਖੋ ਤਲਵਾਰ ਹੱਥ ਵਿੱਚ ਵੀ ਹੋਵੇ ਨਾ, ਪਰ ਜਿੰਨੀ ਦਇਆ ਗੁਰੂ ਹਰਗੋਬਿੰਦ ਸਾਹਿਬ ਦੇ ਵਿੱਚ ਸੀ ਨਾ, ਬਹੁਤ ਜ਼ਿਆਦਾ ਸੀ। ਦੇਖੋ ਇੰਨੀ ਦਇਆ ਸੀ ਨਾ, ਤਾਂ ਹੀ ਕਹਿੰਦੇ ਉਹ ਆਪਾਂ ਪੜ੍ਹਦੇ ਹੁੰਦੇ ਆ ਨਾ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਕਿਉਂ ਕਹਿੰਦੇ ਆਪਾਂ ਗੁਰੂ ਹਰਗੋਬਿੰਦ ਸਾਹਿਬ ਨੂੰ? ਦੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਇੱਕ ਵਾਰ ਬਾਬਾ ਮਿਹਰਬਾਨ ਨੂੰ ਮਿਲਣ ਗਏ। ਹੁਣ ਬਾਬਾ ਮਿਹਰਬਾਨ ਵਾਸ ਦ ਸਨ ਆਫ ਬਾਬਾ ਪ੍ਰਿਥੀ ਚੰਦ। ਸੋ ਬਾਬਾ ਪ੍ਰਿਥੀ ਚੰਦ ਦਾ ਜਿਹੜਾ ਹੈ ਉਹ ਲੜਕਾ ਸੀਗਾ। ਸੋ ਉਹਨੇ ਜਿਹੜਾ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣ ਗਏ ਨਾ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਤੇ ਮਿਹਰਬਾਨ ਕਜ਼ਨ ਬ੍ਰਦਰ ਸਨ। ਹੁਣ ਉਹਨਾਂ ਵਾਸਤੇ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਾਇਆ ਜੀ ਦਾ ਪੁੱਤਰ ਸੀਗਾ ਮਿਹਰਬਾਨ, ਉਹਨਾਂ ਨੂੰ ਮਿਲਣ ਵਾਸਤੇ ਗਏ। ਮਿਹਰਬਾਨ ਨੇ ਬਹੁਤ ਉਹਨਾਂ ਨੂੰ ਪੁੱਠਾ ਸਿੱਧਾ ਬੋਲਿਆ, ਬਹੁਤ ਗਾਲਾਂ ਵੀ ਕੱਢੀਆਂ ਗੁਰੂ ਹਰਗੋਬਿੰਦ ਸਾਹਿਬ ਨੂੰ ਮੂਹਰੇ ਬੈਠੇ ਨੂੰ, ਬਹੁਤ ਕੁਝ ਕਿਹਾ। ਤੇ ਸਿੱਖ ਜਿਹੜੇ ਨਾਲ ਗਏ ਸੀ ਨਾ, ਉਹਨਾਂ ਨੇ ਆਪਣੇ ਹੱਥ ਨਾਲ ਤਲਵਾਰ ਤੇ ਰੱਖ ਲਿਆ ਸੀਗਾ, ਕਹਿੰਦਾ ਇਹਨੂੰ ਹੁਣੇ ਕਰ ਦਿੰਦੇ ਠੀਕ। ਪਰ ਗੁਰੂ ਹਰਗੋਬਿੰਦ ਸਾਹਿਬ ਨੇ ਉਹਨਾਂ ਨੂੰ ਹਟਾ ਤਾ, ਕਹਿੰਦਾ ਨਹੀਂ, ਕਹਿੰਦਾ ਨਹੀਂ ਕਰਨਾ, ਇਹ ਸਾਡਾ ਵੱਡਾ ਭਰਾ ਹੈ, ਇਹਦੇ ਤੇ ਹੱਥ ਨਹੀਂ ਚੱਕਣਾ। ਦੇਖੋ ਇਸ ਕਰਕੇ ਦੇਖੋ ਗੁਰੂ ਹਰਗੋਬਿੰਦ ਸਾਹਿਬ 4 ਜੰਗਾਂ ਜਿੱਤ ਸਕਦੇ, ਵੱਡਾ ਯੋਧਾ ਹੈ, ਲੋਕ ਦੇਖ ਕੇ ਡਰ ਜਾਂਦੇ ਸਨ। ਪਰ ਦੇਖੋ ਕਿੰਨੀ ਉਹਨਾਂ ਦੇ ਵਿੱਚ ਦਇਆ ਹੈ। ਉਹਨਾਂ ਨੇ ਬਹਿ ਕੇ ਗਾਲਾਂ ਵੀ ਸੁਣ ਲਈਆਂ, ਪੁੱਠਾ ਸਿੱਧਾ ਵੀ ਉਹ ਬੋਲਿਆ, ਫਿਰ ਵੀ ਉਹਨੂੰ ਕੁਝ ਨਹੀਂ ਕਿਹਾ। ਇਸ ਕਰਕੇ ਵੱਡ ਯੋਧਾ ਬਹੁਤ ਪਰ ਉਪਕਾਰੀ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡੇ ਪਰਉਪਕਾਰੀ ਨੇ। ਉਹ ਜਿੱਥੇ ਯੋਧੇ ਨੇ ਉੱਥੇ ਵੱਡੀ ਤੋਂ ਵੱਡੀ ਚੀਜ਼ ਨੂੰ ਸਹਾਰ ਵੀ ਲੈਂਦੇ ਨੇ। ਐਸਾ ਜਿਹੜਾ ਹੈ ਦੇਖੋ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਜਿਵੇਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਵਾਰ ਵਡਾਲੀ ਸਾਹਿਬ ਗਏ। ਬਾਬਾ ਭਾਨਾ ਜੀ ਨੇ ਕਿਹਾ, ਬਾਬਾ ਬੁੱਢਾ ਜੀ ਦੇ ਪੁੱਤਰ, ਸਾਨੂੰ ਵਡਾਲੀ ਸਾਹਿਬ ਜਿੱਥੇ ਤੁਹਾਡਾ ਜਨਮ ਹੋਇਆ ਉਹ ਦਿਖਾਓ ਜਾ ਕੇ।
ਉਹਨੂੰ ਦਿਖਾਉਣ ਵਾਸਤੇ ਮਹਾਰਾਜ ਜੀ ਲੈ ਕੇ ਗਏ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਉੱਥੇ ਨਾ ਇੱਕ ਵਾਈਲਡ ਬੋ ਜਿਹੜੀ ਸੀਗੀ ਨਾ ਉਹ ਲੋਕਾਂ ਨੂੰ ਤੰਗ ਕਰ ਰਹੀ ਸੀ। ਉਹਨਾਂ ਨੇ ਬੇਨਤੀ ਕੀਤੀ, ਮਹਾਰਾਜ ਕਹਿੰਦੇ ਚਲੋ ਉਹਦਾ ਸ਼ਿਕਾਰ ਕਰਦੇ ਹਾਂ। ਮਹਾਰਾਜ ਸ਼ਿਕਾਰ ਕਰਨ ਚੱਲ ਵਾਸਤੇ ਚਲੇ ਗਏ। ਮਹਾਰਾਜ ਨੇ ਆਪਣਾ ਜਿਹੜਾ ਹੈ ਵਾਈਲਡ ਬੋ ਦਾ ਜਾ ਕੇ ਉੱਥੇ ਸ਼ਿਕਾਰ ਕੀਤਾ। ਉਹਦੇ ਵਿੱਚੋਂ ਜੋਤ ਬਾਹਰ ਆਈ। ਉਹ ਗੁਰੂ ਹਰਗੋਬਿੰਦ ਸਾਹਿਬ ਨੂੰ ਮੱਥਾ ਟੇਕ ਕੇ ਗਈ। ਸਿੱਖਾਂ ਨੇ ਪੁੱਛਿਆ ਕਿ ਤੂੰ ਕੌਣ ਹੈ? ਕਹਿੰਦੀ ਮੈਂ ਉਹ ਹਾਂ। ਉਹਦੀ ਰੋਹ ਬੋਲੀ। ਕਹਿੰਦੇ ਜਦੋਂ ਮਾਤਾ ਗੰਗਾ ਜੀ ਵਰ ਮੰਗਣ ਵਾਸਤੇ ਗਏ ਸੀ ਨਾ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਵਰ ਮੰਗਣਾ ਸੀ ਬਾਬਾ ਬੁੱਢਾ ਜੀ ਤੋਂ, ਕਹਿੰਦੇ ਜਦੋਂ ਗਏ ਸਨ ਨਾ ਬਾਬਾ ਬੁੱਢਾ ਜੀ ਨੇ ਪਹਿਲੀ ਵਾਰੀ ਉਹਨਾਂ ਨੂੰ ਕਹਿਤਾ ਸੀ ਗੁਰੂ ਕਿਆਂ ਨੂੰ ਕੀ ਭਾਜੜਾਂ ਪਈਆਂ, ਉਹਨਾਂ ਨੇ ਵਰ ਨਹੀਂ ਦਿੱਤਾ ਸੀ। ਕਹਿੰਦੇ ਉਸ ਵੇਲੇ ਕੀ ਹੋਇਆ ਨਾ, ਕਹਿੰਦੇ ਇਹ ਜਿਹੜਾ ਬੰਦਾ ਸੀ ਨਾ ਜਿਹੜਾ ਹੁਣ ਵਾਈਲਡ ਬੋ ਬਣਿਆ ਹੋਇਆ ਸੀਗਾ, ਇਹ ਕਹਿੰਦਾ ਮੈਂ ਮਾਤਾ ਗੰਗਾ ਜੀ ਦੇ ਨਾਲ ਸੀਗਾ। ਜਦੋਂ ਮੈਂ ਉੱਥੇ ਖੜਾ ਸੀ ਨਾ, ਜਦੋਂ ਬਾਬਾ ਬੁੱਢਾ ਜੀ ਨੇ ਇਹ ਬਚਨ ਕੀਤਾ ਨਾ ਗੁਰੂ ਕਿਆਂ ਨੂੰ ਕੀ ਭਾਜੜਾਂ ਪਈਆਂ, ਕਹਿੰਦਾ ਮੈਨੂੰ ਗੁੱਸਾ ਚੜ ਗਿਆ। ਮੈਂ ਨੱਕ ਚੜਾ ਲਿਆ। ਮੈਂ ਨੱਕ ਚੜਾ ਕੇ ਕਿਹਾ ਆ ਜੱਟ ਸਿੱਖ ਜਾ ਗੁਰੂ ਦੇ ਬਾਰੇ ਕੀ ਕਹਿੰਦਾ ਹੈ, ਇਹ ਕਿਵੇਂ ਕਹਿ ਸਕਦਾ ਗੁਰੂ ਨੂੰ ਆਏ। ਤਾਂ ਉਸ ਵੇਲੇ ਕਹਿੰਦੇ ਉਹਦੇ ਨੱਕ ਚੜਾਉਣ ਕਰਕੇ ਨਾ ਉਹਨੂੰ ਫਿਰ ਵਾਈਲਡ ਬੋ ਦੀ ਜਿਹੜਾ ਜੂਨ ਮਿਲੀ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਾ ਕੇ ਫਿਰ ਉਹਦਾ ਸ਼ਿਕਾਰ ਕਰਕੇ ਉਹਨੂੰ ਛੁਟਕਾਰਾ ਦਿੱਤਾ। ਦੇਖੋ ਗੁਰੂ ਐਸਾ ਹੈ, ਗੁਰੂ ਜਿਹੜਾ ਹੈ ਛੁਟਕਾਰੇ ਦਿੰਦਾ ਹੈ। ਆਪਾਂ ਨੂੰ ਫਿਕਰ ਨਹੀਂ। ਦੇਖੋ ਵਾਈਲਡ ਬੋ ਨੇ ਕਿਤੇ ਅਰਦਾਸ ਨਹੀਂ ਕੀਤੀ ਹੋਣੀ ਮਹਾਰਾਜ ਮੈਨੂੰ ਬਚਾ ਲਾ, ਮੈਨੂੰ ਜੂਨ ਚੋਂ ਕੱਢ ਲਾ, ਨਹੀਂ। ਗੁਰੂ ਪਰਉਪਕਾਰੀ ਆ ਨਾ, ਗੁਰੂ ਨੂੰ ਪਤਾ ਤੈਨੂੰ ਲੋੜ ਆ, ਉਹ ਦੇ ਦਿੰਦਾ ਹੈ। ਇਸ ਕਰਕੇ when you come to the house of Guru Nanak you get everything for free. You don't even have to ask for it because you don't even know what you need. ਉਹ ਤਾਂ ਗੁਰੂ ਨਾਨਕ ਨੂੰ ਪਤਾ ਹੈ। ਇਸ ਕਰਕੇ ਕਹਿੰਦੇ ਨਾ ਆਪਾਂ ਮੱਥਾ ਟੇਕਦੇ ਹਾਂ। You just have to come and ਮੱਥਾ ਟੇਕ because the Guru know better what to give you, what you actually need. Leave it to him. ਸੋ ਇਸ ਕਰਕੇ ਹਰਗੋਬਿੰਦ ਗੋਬਿੰਦ ਗੁਰ ਕਾਰਨ ਕਰਨਿਓ, ਐਸਾ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਰਾਮਦਾਸ ਅਰਜਨ ਗੁਰੂ ਅਬ ਚਲ ਅਰਖਿਓ। ਹਰਗੋਬਿੰਦ ਗੋਬਿੰਦ ਗੁਰ ਕਾਰਨ ਕਰਨਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।